अस्सलाम वालेकुम नज़र चांद थोड़े नाल अमरीका तो राबते बाहर दर्जा हरारत इस वक्त 31 डिग्री सेंटीग्रेड है 32 तक जाएगा मैं दसिया सी 3-4 दिन बड़े गर्म ने कोई ज़रूरी वॉक या कम ले मैं शाम ਨੂੰ इंशाल्लाह निकलांगा ਅੱਜ ਤੋਂ ਕੋਈ 6 ਮਹੀਨੇ ਪਹਿਲੇ ਫਰਵਰੀ ਦਾ ਮਹੀਨੇ 'ਚ ਮੇਰਾ ਉਹ ਜਿਹੜਾ AIC ਜਿਹੜਾ ਇਹ ਕਹਿੰਦੇ ਆ ਬਲੱਡ ਸ਼ੂਗਰ ਦਾ ਤੇ ਉਹ ਕੋਈ ਨਾਰਮਲੀ 7-8 ਹੋ ਜਾਂਦਾ ਸੀ 11 ਆਇਆ ਉਹ ਕੋਈ ਕਦੀ ਮੈਂ ਮੈਟਫੋਰਮਿਨ ਉਹ ਦਿੱਤੀ ਸੀ ਆਈ ਡਿਡਨਟ ਲਾਈਕ ਕਦੀ ਲੈ ਲੈਣੀ ਫਿਰ ਬਿਲਕੁਲ ਹੀ ਛੱਡ ਦਿੱਤੀ ਸੀ 11 ਆ ਗਿਆ ਜੀ ਅੱਛਾ ਜੀ ਉਹ ਡਾਕਟਰ ਨੇ ਇੱਕ ਸ਼ੇਰ ਦੇ ਬੱਚੇ ਨੇ 1000 ਸਵੇਰ 1000 ਸ਼ਾਮ ਸੁਜੈਸਟ ਕੀਤੀ ਕਿ ਇਹ ਕਰੋ ਜੀ ਇਹ ਉਹ ਮੈਂ ਕਹਿੰਦਾ ਮੈਨੂੰ ਮੱਤ ਦਿੱਤੀ ਉਹਨੇ ਆਪਣਾ ਡਾਕਟਰ ਨਜੀਬ ਰੂਮੀ ਨੇ ਉਹਨੇ ਕਿਹਾ ਯਾਰ ਤੁਸੀਂ ਦਫਾ ਕਰੋ ਨਜ਼ਰ ਸਾਹਿਬ ਹਾਲਾਂਕਿ 11 ਤੇ ਇਨਸੂਲਿਨ ਰੈਜ਼ਿਸਟੈਂਸ ਔਰ ਖਤਰਾ ਸੀ ਕਿ ਕਿਸ ਤਰ੍ਹਾਂ ਜੀ ਰੋਜ਼ਾ 23 ਘੰਟੇ ਦਾ ਉਹਨੇ ਕਿਹਾ ਜੀ ਤੁਸੀਂ ਇੱਕ 1 ਮੀਲ ਅ ਡੇ ਕਰੋ 18 ਘੰਟੇ ਤੋਂ ਬਾਅਦ ਆਟੋਫੈਜੀ ਇਹ ਸ਼ੁਰੂ ਹੁੰਦੀ ਹੈ ਆਟੋਫੈਜੀ ਦੇ ਬਾਰੇ 'ਚ ਕੋਈ ਵੀ ਡਾਕਟਰ ਤੁਹਾਨੂੰ ਨਹੀਂ ਕੁਝ ਵੀ ਦੱਸੇਗਾ ਉਹਦੇ ਨਾਲ ਗੱਲ ਕਰੋ ਖਾਮੋਸ਼ ਰਹੇਗਾ ਕਿਉਂਕਿ ਉਹ ਦਵਾਈਆਂ ਤੋਂ ਵਾਲਿਆਂ ਤੋਂ ਪੈਸੇ ਲੈਂਦੇ ਆ ਸਾਡੇ ਵੈਸੇ ਡਾਕਟਰ ਜਵਾਦ ਸਾਹਿਬ ਅੱਛੇ ਨੇ ਸੇਂਟ ਲੂਇਸ 'ਚ ਨੇ ਮੇਰੇ ਤੋਂ ਦੂਰ ਨੇ ਉਹ ਨੈਚੁਰਲ ਥਿੰਗਸ ਤੇ ਕੱਲ ਮੈਨੂੰ ਫਲੈਕਸ ਸੀਡ ਕਹਿੰਦੇ ਸੀ ਲਿਆ ਕਰੋ ਟ੍ਰੈਮਰ ਤੋਂ ਨੈਚੁਰਲ ਰੈਮਡੀਜ਼ ਦੇ ਬਾਰੇ ਸੋਚਦੇ ਨੇ ਖੁਦ ਵੀ ਬੜਾ ਦੌੜਦੇ ਨੇ ਐਥਲੀਟ ਟਾਈਪ ਨੇ ਬੜੀ ਅੱਛਾ ਉਹਨਾਂ ਨੇ ਆਪਣੀ ਬੋਡੀ ਨੂੰ ਰੱਖਿਆ ਹੈ ਬਲਕਿ ਬੜੇ ਹੈਰਾਨ ਹੁੰਦੇ ਨੇ ਕਿ ਅਮਰੀਕੀ ਯਾਰ ਅੱਡੇ ਦੂਸ਼ੇ ਜਿਹੇ ਉਹਨਾਂ ਨੂੰ ਮੈਂ ਕਹਿੰਦਾ ਅੱਗੇ ਬਸ ਕਰੋ ਯਾਰ ਇਹ ਗੰਦ 버ਗਰ ਜੰਕ ਫੂਡ ਔਰ ਪੀਣਾ ਪਲਾਣਾ ਬਸ ਯਾਰ ਲੋ ਜੀ ਕਹਿੰਦੇ ਕਿ 16 ਘੰਟੇ ਮਿਨੀਮਮ ਜਾਪਾਨੀ 16 ਘੰਟੇ ਦਾ ਕਰਦੇ ਆ ਤੇ ਮੈਂ 18 ਘੰਟੇ ਤੋਂ ਸਟਾਰਟ ਕੀਤੀ ਆਟੋਫੈਜੀ ਔਰ ਹਫਤੇ ਬਾਅਦ ਹੀ ਆਈ ਬ੍ਰੌਟ ਇਟ ਟੂ 23 ਉਹ ਮੈਂ ਗਿਆ ਵੀ ਯਾਰ ਇਹ 6 ਘੰਟੇ ਕੀ ਕਰਨਾ 1 ਮੀਲ ਅ ਡੇ 11 ਵਜੇ ਉੱਠਣਾ ਜੀ ਔਰ 12 12:30 ਤੱਕ ਖਤਮ ਕਰ ਦੇਣਾ ਵਿੱਚ ਕਦੀ ਕਦੀ ਕੋਈ ਇਹਨਾਂ 6 ਮਹੀਨਿਆਂ 'ਚ ਹਾਰਡਲੀ ਕੋਈ ਉਂਗਲੀ ਤੇ ਗਿਣ ਸਕਦੇ ਹੋ 10-15 ਦਿਨ ਜਿਨ੍ਹਾਂ 'ਚ 16 ਤੇ ਲਿਆਂਦਾ ਲਾਈਕ ਈਦ ਸ਼ਬਰਾਤ ਹੋ ਗਈ ਹੈ ਕਰੂਜ਼ ਹੋ ਗਿਆ ਕਰੂਜ਼ ਤੇ ਵੀ ਮੈਂ 16 ਔਰ 18 ਮੇਨਟੇਨ ਕੀਤਾ ਇੱਕ ਦਿਨ ਸਿਰਫ ਬਗੈਰ ਉਹਦੇ ਨਿਕਲਿਆ ਸੀ ਲੋ ਜੀ ਕੱਲ ਮੇਰੇ ਰਿਜ਼ਲਟ ਆਏ ਅੱਜ ਹੀ ਬਲਕਿ ਹੁਣ 6.4 ਥੇ 3 ਮਹੀਨਾ ਪਹਿਲਾਂ 7 ਤੇ ਸੀ 7.2 ਤੇ ਹੁਣ 6.4 ਤੇ ਉਹ ਇਹ ਜਿਹੜੀ 1 ਘੰਟੇ ਦੀ ਸਲੋਟ ਹੈ ਇਹਦੇ 'ਚ ਮੈਂ ਠਕਾ ਕੇ ਮਿੱਠਾ ਮੁੱਠਾ ਖਾਂਦਾ ਮਿੱਠਾ ਚੀਨੀ ਨਹੀਂ ਮੇਰਾ ਮਤਲਬ ਫਲ ਦੀ ਸੂਰਤ ਫਲ ਮੈਂ ਇੰਨਾ ਖਾਧਾ ਹੋਣਾ ਕਿ ਕੋਈ ਇਹਨਾਂ 180 ਦਿਨਾਂ 'ਚ ਕੋਈ 400 ਦੇ ਸੇਬ ਖਾ ਗਿਆ ਠੀਕ ਹੈ ਨਾ ਜੀ ਸੇਬ ਕੇਲਾ ਅੰਗੂਰ ਪਪੀਤਾ ਚੇਂਜ ਕਰਦਾ ਰਹਿੰਦਾ ਆ ਔਰ ਤਰਬੂਜ਼ ਖਰਬੂਜ਼ਾ ਔਰ ਕੀਵੀ ਹੈ ਨਿਊਜ਼ੀਲੈਂਡ ਵਾਲਾ ਬਹੁਤ ਜ਼ਬਰਦਸਤ ਐਵੋਕੈਡੋ ਐਂਡ ਪ੍ਰੋਟੀਨਸ ਦਾ ਵੀ ਖਿਆਲ ਰੱਖਣਾ ਉਹਦੇ ਲਈ ਮੈਂ ਕੋਈ ਥੋੜਾ ਬਹੁਤ ਕਦੀ ਇਹ ਵੇ ਪਾਊਡਰ ਦੁੱਧ 'ਚ ਵੈਸੇ ਹੀ 8 ਉਹ ਹੁੰਦਾ ਆ ਉਹ ਹੀ ਮੇਰਾ 50 ਕਰ ਦਿੰਦਾ ਮੇਰੀ ਰਿਕੁਆਇਰਮੈਂਟ 55 ਆ 0.8 ਪਰ ਕੇਜੀ ਹੈ ਤੁਹਾਡੀ ਪ੍ਰੋਟੀਨ ਦੀ ਜਿਹੜੀ ਸੁਜੈਸਟ ਕੀਤੀ ਜਾਂਦੀ ਹੈ ਮੇਰਾ ਹੁਣ 69 ਕੇਜੀ ਹੈ 55 ਬਣਦਾ ਮੈਂ 55 60 ਦੇ ਕਰੀਬ ਲੈ ਲੈਂਦਾ ਪ੍ਰੋਟੀਨ ਐਥਲੀਟ ਇਨਕਲੂਡਸ ਨੂੰ ਕੋਈ 100 ਚਾਹੀਦੀ ਹੁੰਦੀ ਹੈ ਬਾਕੀ ਰਿਪੋਰਟਸ ਵੀ ਸਵਾਈ ਕੋਲੈਸਟਰੋਲ ਦੇ ਉਹ ਵੀ ਮੈਂ ਟਰਾਈ ਕਰ ਰਿਹਾ ਕਿਉਂਕਿ ਨੈਚੁਰਲ ਇਹ ਜੈਨੇਟਿਕ ਹੈ ਕੁਛ ਤਰੀਕਾ ਕੱਢਿਆ ਜਾਏ ਨਹੀਂ ਤੇ ਉਹ ਡਾਕਟਰ ਚੜੀ ਹੈ ਕਿ ਸਟੈਟਿਨ ਲਾਓ ਤੇ ਦੇਖਦੇ ਹਾਂ ਕੀ ਬਣਦਾ ਆ ਫਾਸਟਿੰਗ ਇਜ਼ ਵੈਰੀ ਗੁੱਡ ਐਂਡ ਸਪੈਸ਼ਲੀ ਮੈਂ ਇਹਨੂੰ ਨਾ ਵਜ਼ਨ ਘਟਾਉਣ ਲਈ ਕਰਨ ਡਿਆ ਨਾ ਇਹਨੂੰ ਮੈਂ ਸ਼ੂਗਰ ਖਤਮ ਕਰਨ ਲਈ ਕਰ ਰਿਹਾ ਇਹਨੂੰ ਮੈਂ ਸਿਰਫ ਔਰ ਸਿਰਫ ਆਟੋਫੈਜੀ ਲਈ ਕਰ ਰਿਹਾ ਬੀਟਿੰਗ ਦੀ ਏਜਿੰਗ ਮੇਰਾ ਟ੍ਰੈਮਰ ਕਾਫੀ ਕੰਟਰੋਲ ਹੋਇਆ ਐਂਡ ਫੀਲਿੰਗ ਮੋਰ ਨਿਊਅਰ ਐਂਡ ਯੰਗਰ ਪੁਰਾਣੇ ਸੈੱਲਾਂ ਦੀ ਆਪਸ ਲੜਾਈ ਹੋ ਜਾਂਦੀ ਹੈ ਉਹ ਇੱਕ ਰੂਮੀ ਸਾਹਿਬ ਕੱਲ ਵੀ ਭਿਜਵਾ ਰਹੇ ਸੀ ਉਹ ਬ੍ਰੇਕ ਕਰਦੇ ਨੇ ਔਰ ਹਾਲਾਤ ਬਹੁਤ ਅੱਛੇ ਕੱਲ ਦਾ ਮੇਰਾ ਵੀਲੌਗ ਬਹੁਤ ਲੰਬਾ ਸੀ ਮੈਂ ਸਮਝਿਆ ਕਿ
ਇਹ ਤੇ ਮੈਂ ਵਿੱਚ ਬਾਅਦ ਤੋਂ ਡਿਲੀਟ ਵੀ ਕਰਨ ਲੱਗਾ ਸੀ ਕਿ ਐਵੇਂ ਕੋਈ 100-200 ਨਹੀਂ ਦੇਖਿਆ ਹੋਣਾ। ਸੁਬਾਹ ਉੱਠਿਆ ਤੇ ਕੋਈ 2,500 ਨੇ ਤਾਂ ਵੀ ਦੇਖ ਲਿਆ ਸੀ, ਕੋਈ 2-2,500 ਦੇ ਦਰਮਿਆਨ। ਮੈਂ ਕਿਹਾ ਯਾਰ ਵਾਹ! ਉਹ ਵਾਕਈ ਉਹ ਸਾਡੇ ਅਫਲਾਕ ਸਾਹਿਬ ਲਈ ਇਹ ਤੇ ਕੀਤਾ ਗਿਆ ਸੀ, ਜਿਹੜੇ ਕਹਿੰਦੇ ਮੈਂ ਚਾਹੁੰਦਾ ਤੁਸੀਂ ਬੋਲਦੇ ਰਿਹਾ ਕਰੋ, ਮੈਂ ਇਹਨੂੰ ਦੁਬਾਰਾ ਸੁਣਦਾ ਹੁੰਦਾ। ਸ਼ਾਇਦ ਮੈਲਬੌਰਨ ਤੋਂ ਹੈ, ਉਹਨੇ ਤਾਂ ਕੱਲ੍ਹ ਡਾਂਸ ਹੀ ਸ਼ੁਰੂ ਕਰ ਦਿੱਤਾ ਕਿ ਅੱਛਾ ਸਰ ਮਜ਼ਾ ਆ ਗਿਆ, ਮਜ਼ਾ ਆ ਗਿਆ ਮੈਂ ਬੋਲਦਾ। ਉਹ ਯਾਰ ਮੈਂ ਤੇ ਬੋਲਦਾ ਰਹਾਂਗਾ, ਘੰਟਾ-ਘੰਟਾ ਵੀ ਬੋਲ ਸਕਦਾ। ਤੁਸੀਂ ਲੋੜਿਓ ਕੁਛ ਕਰੋ, ਕੁਛ ਐਕਟ ਕਰੋ, ਹੈਂ। ਅੱਜ ਤੇ ਤਾਫੂ ਨੇ ਕਹਿ ਦਿੱਤਾ ਨਾ, ਅਲਤਾਫ ਭਈਏ ਨੇ, ਉਹਨੇ ਤਨਜ਼ੀਮ ਖਤਮ ਕਰ ਦਿੱਤੀ, ਰੱਜ ਗਿਆ। ਇੱਕ ਵਕਤ ਹੁੰਦਾ ਸੀ ਮੈਂ ਇਹਨਾਂ ਨਾਲ ਪਿੱਛਾ ਪਾਇਆ ਹੋਇਆ ਸੀ, ਇਹ ਮੈਂ ਕਹਿੰਦਾ ਸੀ ਇਹ ਸਟੇਟ ਵਿਦਨ ਸਟੇਟ ਨੇ, ਇਹਨਾਂ ਨੂੰ ਤਬਾਹ ਬਰਬਾਦ ਕਰਾਂਗੇ ਯਾਰ, ਮੈਂ ਕਤਲ ਕਰ ਦਿਆਂਗੇ, ਬੋਰੀ ਬੰਦ ਲਾਸ਼ਾ, ਬਦਮਾਸ਼ੀ, ਗੁੰਡਾਗਰਦੀ। ਫਿਰ ਮੁਸ਼ਰਫ ਨੇ ਇਹਨਾਂ ਨੂੰ ਕੋਈ ਥੋੜਾ ਜਿਹਾ ਫਿਰ ਆ ਕੇ ਸਾਧ ਵਾਇਆ, ਹਾਂਜੀ। ਮੁਸ਼ਰਫ ਤੋਂ ਬਾਅਦ ਇਹਨਾਂ ਦਾ ਫਿਰ ਉਹ 2 ਪਾਰਟੀਆਂ ਇਹਨਾਂ ਦੀਆਂ ਬਣਾਤੀਆਂ, ਸਾਰਿਆਂ ਨੇ ਅਰਬਾਂ ਉਰਬਾਂ ਕਮਾ ਕਮੂ ਕੇ ਸਾਈਡ ਤੇ ਹੋ ਗਏ। ਗਾਣਾ ਜੀ ਦੀ ਪਾਰਟੀ ਵੀ ਇਸ ਤਰ੍ਹਾਂ ਹੀ ਫਿਨਿਸ਼ ਹੋ ਜਾਣੀ ਹੈ। ਗਾਣਾ ਜੀ ਇੰਦਾ ਹੀ ਰੋਂਦੇ ਰਹਿੰਦੇ। ਨਵਾਜ਼ ਗਾਂਡਾ ਕਹਿਣਗੇ ਕਿ ਬਸ ਖਤਮ ਹੋ ਗਈ, ਠੱਬ ਕੁਛ ਖਤਮ ਹੋ ਗਿਆ, ਟੂਆ ਮਾਰਨਾ। ਮੈਂ ਕਹਿੰਦਾ ਮਨੀਰਾ ਸੂਅਰ ਹੋਰ ਕੁਛ ਕਰੇ ਨਾ ਕਰੇ, ਮੈਂ ਇਹਨੂੰ ਇੱਕ ਚੀਜ਼ ਤੇ ਕ੍ਰੈਡਿਟ ਦਾਂਗਾ, ਅਗਰ ਇਹ ਗਾਂਡੇ ਦਾ ਤੇ ਸਰਦਾਰੀ ਦਾ ਟੂਆ ਮਾਰਦਾ, ਟਕਾ ਕੇ ਖਤਮ ਕਰ ਦਿੰਦਾ ਇਹ ਪਾਰਟੀਆਂ, ਠੀਕ ਹੈ। ਬੇਸ਼ੱਕ ਚਾਹੇ ਕੋਈ ਆਪਣੀ ਪਾਰਟੀ ਲੈ ਦੱਲਾ ਜਿਹਾ, ਵੈਸੇ ਵੀ ਇਹ ਕੋਈ ਅੱਲਾ ਮੀਆਂ ਦਾ ਰਾਜ਼ ਨਹੀਂ। ਉਹ ਸਾਡੇ ਰਿਜ਼ਵਾਨ ਸਾਹਿਬ ਨੇ ਕਮੈਂਟ ਕੀਤਾ ਸੀ, ਉਹ ਵਿਚਾਰੇ ਅੱਜ ਕੱਲ੍ਹ ਬੜੀ ਗੁਰਬਤ ਦੀ ਹਾਲਤ 'ਚ ਰਹਿੰਦੇ ਨੇ, ਕਿਰਾਏਦਾਰ ਨੇ ਨੋਟਿਸ ਦਿੱਤਾ ਆ, ਕੋਈ ਇੱਕ ਹੀ ਕਮਰੇ 4-5 ਬੱਚੇ ਬੁੱਚੇ ਟਿਕੇ ਹੋਏ ਆ। ਮੈਂ ਕਿਹਾ ਹੁਣ ਕੀ ਕਰੀਏ ਯਾਰ, ਕੋਈ ਬੰਦਾ ਮਦਦ ਕਰਨ ਨੂੰ ਵੀ ਨਹੀਂ ਤਿਆਰ, ਹਰ ਇੱਕ ਦੇ ਨਾਲ ਹੀ ਇਹ ਹੋ ਰਿਹਾ ਆ। ਤੇ ਅੱਜ ਸਜ਼ਾਵਾਂ ਵੀ ਸੁਣਾਤੀਆਂ, ਜਿਹੜੇ ਬੰਦੇ ਇਸਲਾਮਾਬਾਦ ਮੌਜੂਦ ਸੀ ਉਹਨਾਂ ਨੂੰ ਵੀ 10-10 ਸਾਲ ਦੀ। ਕੋਟਾ ਮਨੀਰੇ ਮਿਸਤਰੀ ਸੂਅਰ ਦੀਆਂ, ਸੂਅਰ ਸਾਹਿਬ ਇੱਥੇ ਕੱਲ ਤਕਰੀਰ ਕਰ ਰਹੇ ਸੀ ਅਮਰੀਕਾ 'ਚ। ਉਹ ਜੀ ਇਹ ਕੂੜੇ ਦਾ ਟਰੱਕ ਅਗਰ ਮਰਸੀਡੀਜ਼ ਨੂੰ ਲੱਗਾ ਤੇ ਨੁਕਸਾਨ ਮਰਸੀਡੀਜ਼ ਦਾ ਹੀ ਹੋਣਾ। ਉਹ ਪਾਕਿਸਤਾਨ ਨੂੰ ਕੂੜੇ ਦਾ ਟਰੱਕ ਭੈਣ ਚੋਦ ਕਹਿ ਗਿਆ, ਸਿਰ ਤੋਂ ਬਗੈਰ ਦੱਲਾ ਹਰਾਮੀ। ਇਹ ਤੁਹਾਡਾ ਸਦਰ, ਉਹ ਗੂਫੀ ਜਿਹੀ ਗਾਂਡੀ, ਉਹ ਗਾਂਡੇ ਦੀ ਬੇਟੀ ਗਾਂਡੀ, ਮਰੀਮ ਗਾਂਡੀ ਹੈ ਜੀ। ਵੈਸੇ ਅੱਛਾ ਨਾਂ ਹੋ ਗਿਆ ਮਰੀਮ ਗਾਂਡੀ, ਐਵੇਂ ਜ਼ੇਨ 'ਚ ਆ ਗਿਆ ਇਲਹਾਮੀ ਤੌਰ ਤੇ। ਤੇ ਸਾਰੇ ਫਰਾਡ ਸ਼ੋਭਾ ਸਟੀਲ ਦੇ ਲਾਨਾ ਲਾ ਕਰਨਾ ਗੁਰਨਾ। ਮੈਂ ਕੱਲ ਦੇਖ ਰਿਹਾ ਸੀ ਕਿ ਇਮਰਾਨ ਖਾਨ ਦੇ ਬਾਰੇ ਥੰਬਨੇਲ 'ਚ ਕਿੰਨੇ ਕੁ ਵੀਲੋਗਰਸ ਦੀਆਂ ਹੈਡਿੰਗਸ ਉਹ ਥੰਬਨੇਲ 'ਚ ਲਾਉਂਦੇ ਆ, 99%। ਮੈਂ ਵਾਹਿਦ ਮੈਂ ਤੇ ਉਹ ਲੰਬੇ ਤੰਬਨੇਲ ਰੱਖੇ ਹੀ ਨਹੀਂ, ਹੋਏ ਇੱਕ ਹੀ ਹੈਡਲਾਈਨ ਦਿੰਦਾ ਹੁੰਦਾ। ਐਂਡ ਵੈਰੀ ਰੇਅਰ ਇਮਰਾਨਸ ਤਸਕਰਾ ਉੱਥੇ। ਲੜੋ ਆਪਣੀ ਜੰਗ, ਲੜੋ ਭੈਣ ਚੋਦੋ। He has spent life ਉਹਦੇ ਜਨਾਬ ਬੱਚੇ ਉਹਦੇ ਸੈੱਟ ਨੇ ਮਾਸ਼ਾਅੱਲਾ ਇੰਗਲੈਂਡ। ਇਟਸ ਯੂ ਹੂ ਆਰ ਗੋਇੰਗ ਟੂ ਸਫਰ। ਬਸ ਸੋਚਣਾ ਹੀ ਨਹੀਂ ਸਾਨੂੰ ਕੀ ਜੀ, ਠੀਕ ਹੈ। ਕੁਛ ਅੱਜ ਤੇ ਕੱਲ ਛੁੱਟੀ ਸੀ, ਹੁਣ ਮੈਂ ਨਿਊ ਲਾਇਬ੍ਰੇਰੀ ਜਾਵਾਂਗਾ। ਅਖਬਾਰ ਨਹੀਂ ਸੀ, ਸ਼ੁਗਰ ਹੈ ਵੀਲੋਗ ਵੀ 20-25 ਮਿੰਟ ਦਾ ਹੀ ਹੋਏਗਾ, ਹਾਂਜੀ। ਤੇ ਕੁਛ ਕਮੈਂਟ ਸੁਣਨ ਨੂੰ ਤੁਹਾਨੂੰ ਮਿਲ ਜਾਣਗੇ। ਉਹ ਅਲੀ ਰਿਜ਼ਵਾਨ ਸਾਹਿਬ ਦਾ ਕਮੈਂਟ ਸੀ, ਪਾਕਿस्तान ना तो नूर है और ना ही खुदा के राजों में से कोई राज। जबरदस्त सलाम अली रिजवान साहब। ये लाकानूनियत, बद इंतजामी, करप्शन, मुंह जोर इदारों, बेरोजगारी और भीख के अजाबों में मुब्तला कर देने वाला एक खिता। सलूट अली साहब। मजीद ये कि ये हमारी बर्बादी है। लेकिन रिजवान साहब लौड़ियो जो उठो भी ना, कुछ करो भी ना, ਐਵੇਂ ਢੂਆ ਨਾ ਇਹ ਤੋਂ ਮਰਵਾਈ ਜਾਓ। 77 ਸਾਲ ਤੋਂ ਇਹਨਾਂ ਤੋਂ ਮਰਵਾ ਰਹੇ ਹੋ। ਇਹ ਤੇ ਹੁਣ ਮਾਰ ਮਾਰ ਕੇ ਤੁਹਾਡਾ ਠੱਗ ਗਿਆ, ਇਹ ਤੇ ਦੌੜਨੇ ਦਾ ਪ੍ਰੋਗਰਾਮ ਰੱਖ ਰਿਹਾ। ਮੈਂ ਰੂਮੀ ਸਾਹਿਬ ਦਾ ਜਿਹੜਾ ਕਿਹਾ ਸੀ, ਜਿਹੜਾ ਮੈਂ ਫੋਲੋ ਕਰ ਰਿਹਾ, ਵੈਨ ਯੂ ਕੀਪ ਯੋਰ ਬੋਡੀ ਹੰਗਰੀ, ਫਾਸਟਿੰਗ ਤੇ ਭੁੱਖਾ ਰੱਖੋਗੇ ਜਦੋਂ ਤੁਸੀਂ ਆਪਣੀ ਬੋਡੀ ਨੂੰ, ਇਟ ਸਟਾਰਟਸ ਈਟਿੰਗ ਇਟਸੈਲਫ। ਉਹ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ। ਲਾਈਕ ਮੈਂ 12 kg ਦੇ ਕਰੀਬ ਹੁਣ ਲੂਜ਼ ਕਰ ਗਿਆ, 20-22 ਪਾਉਂਡ ਗਿਆ। ਅੱਛਾ ਜੀ। ਐਂਡ ਰਿਮੂਵ ਸਿਕ, ਕੈਂਸਰ, ਐਲਜ਼ਾਈਮਰ ਐਂਡ ਏਜਿੰਗ ਸੈਲਸ। ਉਹ ਬਿਮਾਰ ਸੈੱਲਾਂ ਨੂੰ ਰਿਮੂਵ ਕਰ ਦਿੰਦੀ ਹੈ, ਕੈਂਸਰ ਦੇ, ਬਿਮਾਰੀ ਦੇ, ਐਲਜ਼ਾਈਮਰ ਦੇ ਔਰ ਏਜਿੰਗ ਦੇ। ਵਾਹ ਜੀ ਵਾਹ।
Obesity is like a bum, ਹੈ ਮੋਟਾਪਾ ਜਿਹੜਾ ਉਹ ਜ਼ਨੈਰਾ ਜਿੰਦੀ ਝੋਟਾ, ਉਹਨੂੰ ਕੋਈ ਪੈਸੇ ਦਿਓ ਟਰੀਟ ਸ਼ੀਟ ਲਈ, ਉਹ 4 ਬਰਗਰ ਲੈ ਆਏਗੀ, ਫਿਰ ਖਾਦੇ 2 ਹੀ ਜਾਣਗੇ, ਹੈ ਜੀ। ਅੱਛਾ, beware and quickly check your BMI on your smartphone। BMI ਮੇਰਾ ਤੇ 25 is the normal, ਮੇਰਾ 26 ਤੇ ਹੈ ਇਸ weight ਦੇ ਨਾਲ, ਆ ਜਾਏਗਾ 25 ਦੇ ਵੀ, it's not a problem। Fasting is the first principle of medicine and good health। रूमी साहब जींदे वास्ते रहो, क्या बात है। नजर साहब, डिप्रेशन को शिकस्त कैसे दी जाए जबकि जिंदगी के मामला जुड़े हैं दुनियावी मसाइल और ज़रूरतों से हैं जो डिप्रेशन और स्ट्रेस का बायस हैं। वीडियो में तफसीली जवाब दें। मैं ब्रीफली डिस्क्राइब कर देना, ਇਹਦੇ ਤੇ ਮੈਂ ਸਮੁੰਦਰ ਤੋਂ ਮੌਕਾ ਕੱਢਾਂਗਾ, ਮੈਂ ਇੱਕ ਸਪੈਸ਼ਲ ਵੀਡੀਓ ਇਸ ਇਸ਼ੂ ਤੇ ਕਰਾਂਗਾ। ਮੈਂ ਆਪ ਆਲਸੋ ਸਫਰਡ ਫਰਮ ਡਿਪਰੈਸ਼ਨ ਇਨ ਟਰਮਸ ਆਫ breaking of the chemicals due to the stress I took। ਜਦੋਂ ਮੈਂ crusades ਲੜਦਾ ਹੁੰਦਾ ਸੀ ਇਹਨਾਂ ਨਾਲ, ਫੌਜ ਨਾਲ, ਇਹਨਾਂ ਨਾਲ, ਸਿਆਸਤਦਾਨਾਂ ਨਾਲ, ਕਰਪਟ ਐਲੀਮੈਂਟਸ ਨਾਲ, ਮਾਫੀਆਸ ਨਾਲ, ਡਰੱਗੀਆਂ ਦੇ ਨਾਲ। ਇਹਦੇ ਲਈ ਬਿਹਤਰੀਨ ਹੱਲ ਜਿਹੜਾ ਹੈ ਨਾ, ਮੈਂ ਤੁਹਾਨੂੰ ਦੱਸਾਂ, ਤੁਸੀਂ ਸੈਰੋਟੋਨਿਨ ਦੇ ਨਾਲ ਬੂਸਟਰਸ ਤੇ ਓਬਵੀਅਸਲੀ ਉਹ ਡਾਕਟਰ ਦਿੰਦੇ ਹੀ ਹੈ, ਲੇਕਿਨ ਤੁਸੀਂ ਆਪਣੇ ਆਪ ਨੂੰ ਜੁਦਾ ਕਰੋ ਉਹਨਾਂ ਚੀਜ਼ਾਂ ਤੋਂ। दैट इज अ बेस्ट इलाज अपने सक्सेस गोल्स। कल बल्कि एक बहुत अच्छी एक बंदे ने वीडियो की हुई सी कि सक्सेसफुल आदमी वो किड़े 2 सक्सेसफुल आदमी ने, तो उन्होंने बहुत अच्छा किया हुआ सी कि जनाब साहब वो अपना तुसी जिन्हां नूं ये फिक्र नहीं कि किसे कोई मैनू की कहेगा। और दूसरी गल हुण मैं भुल्लण डे है, ਉਹ ਫਿਰ ਮੈਂ ਤੁਹਾਨੂੰ ਦੱਸਾਂਗਾ। ਉਹ ਕਿਸੇ ਨੇ ਮੈਨੂੰ ਰਿਜ਼ਵਾਨ ਨੇ ਵੀਡੀਓ ਜੀ ਭੇਜੀ ਸੀ, ਬਹੁਤ ਜ਼ਬਰਦਸਤ ਸੀ। ਯੂ ਆਰ ਯੂਨੀਕ, ਅੰਡਰਸਟੈਂਡ ਇਟ, ਠੀਕ ਹੈ, ਓਕੇ, ਦਿਸ ਇਜ਼ योर ਡਾਂਸ, ਯੂ ਆਰ ਦ ਕੋਰੀਓਗ੍ਰਾਫਰ, ਯੂ ਹੈਵ ਦ ਫਸਟ ਇੰਟੈਲੈਕਟ, ਗॉड ਇਜ਼ ਇਨਸਾਈਡ ਯੂ। ਕੋਈ ਕਿਆਮਤ ਤੁਹਾਡੇ ਤੇ ਨਹੀਂ ਆ ਜਾਣੀ, ਜਸਟ ਰਿਲੈਕਸ। ਮਸਾਇਲ ਹੈ ਨੇ, they should not turn you into depression। threshold ਹੁੰਦਾ, Rizwan is not in Rizwan Saib is not in depression, or the threshold strong है। sensitive लोग, ये type the personalities, they find a pursuit which make you happy, as singing है, dancing है, रिकी शिकी च भी शायद इंदा दियां चीज़ां दसदे है, या NPL ਉਹ ਦੱਸਦੀ ਹੁੰਦੀ ਹੈ ਡਾਕਟਰ ਸਾਜਦਾ ਅਮੀਨ, ਮੈਂ ਉਹਦਾ ਤੁਹਾਨੂੰ ਦਿਆਂਗਾ। ਇਹ ਕੋਈ ਪਤਾ ਨਹੀਂ ਫਰਾਂਕੋ 90 ਤੇ ਹੈ। ਤੁਸੀਂ ਮੇਰੇ ਨਾਲ ਰਾਬਤਾ 7329863308 ਤੇ WhatsApp ਤੇ ਵੀ ਕਰ ਸਕਦੇ हैं तो मजीद कंटिन्यू दिस डिस्कशन। फिर एक जी मैं लियाकत साहब ने 2 एक कमेंट सी बहुत ज़बरदस्त। मैं लियाकत साहब ਤੁਹਾਨੂੰ पता, लियाकत हुसैन कंपल हुसैन। तस्नीम शाह नकवी उर्फ बोगे शाह का ताल्लुक मंडी बहाउद्दीन से है, जिसने 90 की दहाई में नवाज शरीफ दौर में लाहौर एयरपोर्ट के पार्किंग ठेके से अपने कारोबार का आगाज किया। चूंकि बदमाशी और असलहे की फरावानी थी, इसलिए पार्किंग की फीस वसूली भी इसी तरह करनी शुरू की और बहुत जल्द मुनाफे बख्श ठेका बन गया। इसके बाद पूरे मुल्क के एयरपोर्ट्स के पार्किंग के ठेके बोगे शाह को मिल गए। गांडे दे यार 2009 में बोगे शाह ने लाहौर एयरपोर्ट के इलाके में होटल के लिए मुख्तस प्लॉट की नीलामी में हिस्सा लिया और कामयाब करार पाया। यूनिकॉर्न प्रेस्टीज नामी गैर मुल्की फर्म रजिस्टर करवाकर होटल की तामीर शुरू की। 2020 में पंजाब के एक्साइज डिपार्टमेंट को शराब के लाइसेंस के लिए दरखास्त दी। ये दरखास्त मीडिया को लीक कर दी गई। फिर उसके बाद जावेद चौधरी से लेकर अंसार अब्बासी तक जितने भी शरीफ खानदान के अंडरवियर की रहायशी सहाफ़ी थे, उन्होंने शोर मचाना शुरू कर दिया कि बुजदार ने शराब का लाइसेंस जारी कर दिया। जेजुआई के लौंडे हरकत में आए। उन्होंने रियासत मदीना का ताना देते हुए इस शराब के लाइसेंस को यहूदी साजिश के साथ जोड़ना शुरू किया और हर तरफ शोर मच गया कि इमरान खान ने शराब का लाइसेंस जारी कर दिया। हालांकि ये काम एक्साइज डिपार्टमेंट के सेक्रेटरी के नीचे मौजूद अफसर का इख्तियार होता है।
बहरहाल इन दिनों शराब के लाइसेंस को लेकर पाकिस्तान की मजहबी जमातों, नून लीग और तकी उस्मानी जैसे मजहबी सौदागरों ने बहुत शोर मचाया। और क्योंकि इस लाइसेंस की बदौलत उनका ईमान खतरे में पड़ चुका था, अब यहूदी एजेंट की हुकूमत नहीं, अब एक हाफिज इक़्तिदार में है। कल खबर आई कि मोहसिन नकवी ने इस्लामाबाद के 4 होटलों को शराब के लाइसेंस जारी किए हैं, लेकिन हर तरफ खामोशी है। बहरहाल इन दिनों शराब के लाइसेंस को अच्छा जी, अच्छा खामोशी है। ना नून लीग की ईमानी गैरत जागी ना फजलुर रहमान को यहूदी साजिश नजर आई, और ना ही तकी उस्मानी का ईमान खतरे में पड़ा, क्योंकि इस मरतबा मोहसिन नकवी ने ये लाइसेंस जारी किया है, जो कि हाफिज कुरान आसिम मुनीर का साला है। ये मुलड़े जानते हैं अगर शोर मचाया तो हाफिज ने उनकी गंदी वीडियोस रिलीज कर देनी है, और अगर वो वीडियोस ना हुई तो उनके जिनसी उज़ा पर इंटे लगा देनी है। अब इस उम्र में ना तो वीडियोस का बहुत बर्दाश्त होगा और ना ही टट्टों पर ईंटों का। चुनाचे सबका ईमान अब तक सो रहा है। जिंदे रहो वाह जी। हुन अंसार अब्बासी चूड़िया जे मसली डल्ले हरामजादे कंजर कुत्ते दे बच्चे खनसीर खान वाले किथे हैं तू अंसार अब्बासी? ਭੈਣ ਚੋਦਾ ਤੂੰ ਪਹਿਲਾਂ ਵੀ ਮੇਰੇ ਬਹੁਤ ਸਾਰੇ ਜਵਾਬ ਦੇਣੇ ਆ। ਟਵੀਟ ਤੇ ਮੈਂ ਤੇਰਾ ਢੂਆ ਮਾਰਦਾ ਹੁੰਦਾ ਸੀ, ਤੂੰ ਦੌੜ ਜਾਂਦਾ ਸੀ। ਤੇਰੇ ਫਰਾਡ ਦੱਸੇ, ਤੇਰੀ ਬਦਮਾਸ਼ੀਆਂ ਦਸੀਆਂ, ਕੁੱਤੇ ਦੇ ਪੁੱਤਰ। ਸੋ ਸੁੰਦਰ इंडिया बेशक डैम तमीर कर ले, मगर जब वो कर लेंगे तो हम मिसाइल मारकर उसे तबाह कर देंगे। नीरा मिस्त्री सुअर, और कौन कह सकता है दल्ला कुत्ता खंसीर। हम और यूं हम सब खुद ही डूब मर जाएंगे। मुझे क्या, मैंने कौन सा पाकिस्तान में रहना है। ਉਹ ਸਾਡੇ MI खान एम्स्टरडैम तो फिर ਉਹਦਾ जुमला ਇੱਥੇ तक है कि इंडिया बेशक डैम तमीर कर ले, मगर जब वो कर लेंगे तो हम मिसाइल मारकर उसे तबाह कर दें। ਇਹ ਲਾੜੂ ਜੇ ਡੱਲੇ ਕੁੱਤੇ, ਇਹ ਤੁਹਾਡੇ ਰਾਜ਼ਾਂ ਦੇ ਰਾਜ਼, ਇਹ ਤੁਹਾਡੇ ਤੇ ਹਕੂਮਤ ਕਰ ਰਹੇ ਨੇ ਭੈਣ ਚੋਦ ਚੂਤੀਏ ਦੱਲੇ। ਫਿਰ the 30 most influential countries in the world, T। ਅੱਛਾ, ਇਹ ਮੈਂ ਤੁਹਾਨੂੰ ਇਸ ਲਈ ਦੱਸਦਾ ਹਾਂ ਤੁਹਾਨੂੰ ਜ਼ਰਾ ਆਪਣਾ ਹਿਸਾਬ ਕਿਤਾਬ ਰਹਿ ਕਿ ਤੁਸੀਂ ਫਿਰ ਕਿੱਥੇ ਰਹੇ। ਪਹਿਲੇ ਨੰਬਰ ਤੇ ਅਮਰੀਕਾ ਹੈ ਤੇ 30ਵੇਂ ਨੰਬਰ ਤੇ ਈਰਾਨ ਹੈ, ਤੇ ਪਾਕਿਸਤਾਨ ਇਸ ਲਿਸਟ ਕਿਤੇ ਨਹੀਂ। ਦੂਸਰੇ ਤੇ ਚਾਈਨਾ ਆ, ਤੀਸਰੇ ਤੇ UK, ਜਰਮਨੀ ਚੌਥੇ ਤੇ, ਫਰਾਂਸ 5ਵੇਂ ਤੇ, ਰਸ਼ੀਆ 6ਵੇਂ, ਜਾਪਾਨ 7ਵੇਂ, UAE 8वीं ਤੇ, ਫਿਰ ਸਾਊਦੀ ਅਰੇਬੀਆ, ਫਿਰ ਸਾਊਦੀ ਅਰੇਬੀਆ 9ਵੇਂ ਤੇ, ਇਟਲੀ 10ਵੇਂ ਤੇ, ਇਸਰਾਈਲ, ਇੰਡੀਆ 12ਵੇਂ ਤੇ ਆ। 12ਵੇਂ ਤੇ ਇੰਡੀਆ ਨੂੰ ਉਹਨੇ ਕੱਲ ਚੀਫ ਨੇ ਕਿਹਾ ਨਾ, ਉਹ ਆਰਾਮ ਨਾਲ ਬੈਠੋ ਬੱਚੋ, ਤੁਹਾਨੂੰ ਬੜਾ ਧੋਨਾ ਲਾਵਾਂਗੇ। ਔਰ ਅੱਜ ਵੀ ਮੈਂ ਤੁਹਾਨੂੰ ਦੱਸਾਂ, ਇੰਡੀਆ 'ਚ ਉਹਨਾਂ ਨੇ ਮੁਹਿੰਮ ਚਲਾਤੀ ਆ। ਉਹ ਐਪਲ ਦਾ ਉਹਨੇ 50% ਟੈਰਿਫ ਲਾਇਆ ਨਾ, ਉਹ ਦੱਲਾ ਕਹਿੰਦਾ ਮੈਂ ਚੀਨ ਦੀ ਵਜ੍ਹਾ ਨਾਲ ਕੁੱਕ ਕਹਿੰਦਾ ਮੈਂ ਇੱਥੋਂ ਬਣਾਵਾਂਗਾ। ਇੰਡੀਆ ਤੋਂ ਐਪਲ ਦਾ ਬਣੀਆਂ ਹੀ ਨਹੀਂ ਚੀਜ਼ਾਂ। ਉਹ ਫੌਕਸਕੌਨ ਕੰਪਨੀ ਜਿਹੜੀ ਆ, ਕੁਛ ਚੀਜ਼ਾਂ ਵੀਅਤਨਾਮ ਤੋਂ ਬਣਾਉਂਦੀ ਹੈ, ਸਾਊਥ ਕੋਰੀਆ ਤੋਂ ਸ਼ਾਇਦ ਉਹਦੇ ਉਹ ਕੰਪਰੈਸ ਉਹ ਕੀ ਹੈ ਬਕਵਾਸ ਹੈ, ਮੈਨੂੰ ਤੇ ਪਤਾ। ਉਹ ਬਣਾਉਂਦੀ ਹੈ ਹਾਰਡਵੇਅਰ ਦੇ। ਉਹਨਾਂ ਨੇ ਕਿਹਾ ਜੀ ਬਾਈਕਾਟ ਕਰੋ, ਅਮਰੀਕਾ ਦਾ ਬਾਈਕਾਟ ਕਰੋ। ਲੋਕ ਨਿਕਲ ਆਏ ਨੇ, ਠੀਕ ਹੈ ਜੀ। ਉਹ ਕੌਮਨ ਹੈ, ਹੁਬੁਲ ਵਤਨੀ ਹੈ। ਪਾਕਿਸਤਾਨ 'ਚ ਹੁਬੁਲ ਵਤਨੀ ਨੇ, ਉਹਨਾਂ ਦੀ ਫੌਜ ਵੀ, ਉਹਨਾਂ ਦੇ ਅਵਾਮ ਵੀ ਮੁਹਿੱਬੇ ਵਤਨ ਨੇ। ਇੱਥੇ ਚੌਧੂ ਰਾਮ, ਖਾਜਾ ਰਫੀਕ, ਉਹ ਖਾਜਾ ਆਸਫ ਵਰਗੇ ਤੇ ਦੱਲੇ ਸਾਰੇ ਇਕੱਠੇ ਹੋਏ, ਠੀਕ ਹੈ ਜੀ। 15ਵੇਂ 16ਵੇਂ ਤੇ, ਈਵਨ ਤੁਰਕੀ 15ਵੇਂ ਤੇ ਆ, ਇਜਿਪਟ 19ਵੇਂ ਨੰਬਰ ਤੇ ਆ, ਗ੍ਰੀਸ 21ਵੇਂ ਤੇ ਆ, ਕੀਨੀਆ 22ਵੇਂ ਨੰਬਰ ਤੇ ਆ, ਨੀਦਰਲੈਂਡ 24ਵੇਂ ਨੰਬਰ ਤੇ ਆ ਇਨਫਲੂਐਂਸ ਨਾ ਨਹੀਂ, ਡੈਨਮਾਰਕ 26ਵੇਂ ਤੇ, ਬੈਲਜੀਅਮ। ਦੇਖੋ ਜੀ, ਜਿਹੜਾ ਇਨਫਲੂਐਂਸ ਤੇ ਤੁਹਾਡਾ ਡਿਪੈਂਡ ਕਰਦਾ ਹੈ ਕਿ ਤੁਸੀਂ ਮਸਲ ਪਾਵਰ ਤੁਹਾਡੀ ਕਿੰਨੀ ਹੈ, ਠੀਕ ਹੈ। ਤੁਹਾਡੀ ਲੋੜੀਓ ਜੋ ਕੋਈ ਮਸਲ ਪਾਵਰ ਹੀ ਨਹੀਂ ਹੈ, ਗੱਲਾਂ ਤੁਹਾਤੋਂ ਸੁਣਵਾ ਲਓ, ਠੀਕ है जी। कमेंट से अवाम शायद नहीं जानते कि जब 1971 में भारत के हमले के बाद पाकिस्तान टूट गया, उस वक्त भी PAF की भारत की IAF पर सुप्रीमेसी थी, और अब भी सुप्रीमेसी है। पाकिस्तान जंग क्यों हारा और बांग्लादेश क्यों टूटना मुख्तलिफ कहानी है। फौजी पहलू की वजह से नहीं, ये डिक्टेटर जनरल याया खां और जनरल रानी की वजह से था। जब पाकिस्तान सियासी तौर पर बुरी तरह तकसीम था,
اب موجودہ صورت حال بھی وہی ہے، جبکہ دونوں کردار بھی 1971 کی طرح موجود ہیں۔ پھر یہ کیسے ممکن ہے کہ بھارتی ہندو اسٹیبلشمنٹ اس صورت حال سے فائدہ نہ اٹھائے؟ وہاں بلوچستان کا زمینی راستہ بھی مسافروں کے لیے بند ہے۔ بھارت یقینی طور پر اس صورت حال کا فائدہ اٹھائے گا اور پاکستان پر حملہ کرنے کا امکان ہے۔ نہ ہی چھٹا امریکی بحریہ کا بحری بیڑا 1971 میں پاکستان کے لیے اس وقت آیا تھا، اور نہ ہی اب آئے گا۔ تم بھلے اعلیٰ ترین ایوارڈ لے لو یا نوبل امن ایوارڈ کے لیے سفارش کرتا ہو۔ افتخار خٹک صاحب بہت زبردست کامنٹ تسی کیتا، آئی ٹوٹلی ایگری۔ اور میں کل ایک دوست نو کہہ رہا سی کہ مینوں لگدا انڈیا نے سولجرز دے تھرو پاکستان دے علاقے لے لینے ہیں۔ ناؤ پاکستانی انڈیا وار ول بی لائک رشیا یوکرائن وار، جہازاں دی نہیں ہوئے گی۔ وہ پہلا سی ایویں جہازاں دے تھوڑا جہا ہوائی فائر اور اس طرح دی چیزاں سی۔ ٹھیک ہے جی۔ اچھا پھر جی ایک ہور خبر میں دیکھ رہا سی، افتخار صاحب کا یہ کامنٹ ہے، ہر غلطی کی کوئی نہ کوئی قیمت ہوتی ہے۔ بالکل جی، انہیں مجیب الرحمان شامی نے کیا سی غلطی بچے دندی ہے، جس کی قیمت عمران خان ادا کر رہے ہیں اور عوام بھی۔ جب چیف جسٹس کوسا نے واضح طور پر کہا کہ آئین میں ایسی کوئی شک نہیں جو وزیر اعظم کو عوامی چیف کی مدت ملازمت میں توسیع دینے کی اجازت دے، لیکن وزیر اعظم عوامی چیف کسی بھی لیفٹیننٹ جنرل کو لسٹ سے لگا سکتے تھے۔ جب چیف جسٹس کھوسا نے نومبر 2019 میں باجوہ کی مدت ملازمت میں توسیع پر سو موٹو لیا تھا، عمران خان کو فوری طور پر اگلے سینئر ترین جنرل کو عوامی چیف مقرر کر دینا چاہیے تھا۔ دیر از نو یوز ٹو cry over spilt milk۔ کل انہیں کیا نا کدے جے نے جڑا اسد کیسر نے، ہم سے غلطی ہوئی بھگتو پھر۔ ٹھیک ہے نا، اپنا تو ٹوआ مروا رہے ہو، عمران خان دا بھی ٹوआ مروا رہے ہو، 26 کروڑ دا ٹوआ مرواتا اس ایکسٹینشن تو دلیو جواب دو۔ somebody should be accountable for that۔ پوچھے سی عوام تو کہ اسی ایکسٹینشن دئیے یا نہ دئیے، انہوں نے بڑی ہمارے لیے کھڑے ہوں لان تواڈے لیے کھڑے ہوئے۔ جنہیں باجوہ کی مدت ملازمت میں ریٹائر ہونا پڑا۔ باجوہ نے فوجی میرٹ کو مکمل طور پر تباہ کیا اور فوجی اور سول بیوروکریسی دونوں میں نظام کو لغو کیا۔ انٹیلیجنس ایجنسیوں کے جس میں سابق ڈی جی آئی ایس آئی جنرل ندیم انجم نمایاں ہے۔ اب عاصم منیر مزید نقصان پہنچا رہا ہے، لیکن مزے کی بات یہ ہے کہ عمران خان کی غفلت یا غلطی نے سیاسی مافیا اور فوجی جرنیلوں کو پوری دنیا کے سامنے مکمل طور پر ننگا کر دیا ہے۔ حالات ایسے ہیں، نہ مقامی یا بین الاقوامی سرمایہ کار پاکستان میں سرمایہ کرنے کو تیار ہیں۔ اب قوم کو نئی کہانیاں بیچی جا رہی ہیں کہ نایاب معدنیات سے معاشی استحکام آئے گا، جبکہ کہانی کا سب سے اہم کانا حصہ یہ ہے کہ جہاں نایاب زمینی معدنیات موجود ہیں اور ڈکٹیٹر کا دعویٰ ہے کہ اس سے پاکستان کے معاشی حالت بدل جائیں گے۔ یہ علاقے بنیادی طور پر بلوچستان اور کے پی کے ہیں، جہاں سول حکومت کا داخل ہی نہیں ہو سکتی، جبکہ فوج ان علاقوں میں گزشتہ 25 سال سے مکمل اچھا جی اچھا جہاں نایاب موجود گزشتہ 25 سال سے مکمل جنگ میں ہیں۔ کرپٹ سیاسی مافیا اور ڈکٹیٹر کی حماقت یہ ہے کہ خاتون رہنما مہرنگ بلوچ کو غیر قانونی طور پر جیل میں رکھا ہوا ہے، اور پاکستان کے سرکردہ رہنما عمران خان اور پی ٹی آئی کے اراکین بھی غیر قانونی طور پر جیل میں ہیں، جبکہ حکومت غیر قانونی فارم 47 پر قائم ہے۔ سوال پیدا یہ ہوتا ہے کہ پھر یہ کیسے ممکن ہے کہ پاکستان ترقی کرے گا؟ کیا اس بنیاد پر شراب کی دکانیں کھول کر عاصم منیر کے دوست انور بیگ اسلام آباد کے بوٹ لیگر کو دی جا رہی ہیں؟ معیشت کا رخ موڑ دے گا۔ پاکستان کتنا شرمناک اور مذاق کا معاشرہ بن گیا ہے۔ چار شراب دے لاڑی جو مولوی کل مسجد تے پہنچے ہوتے ٹبا ٹبا کیتا مسجد تے لوگاں نے کہا میں کی کمنٹ یار مسجد تے کرنا ہے، ایڈا تانوں انہاں نال اٹیچمنٹ ہے، لڑو مرو تسی۔ ویسے میری اطلاع دے مطابق انہاں دی سازش سی کہ سب تو جلدی گانڈے دی حکومت ختم کرن لئی این لیگ دی اور موجودہ انہاں نوں کوئی اندا دے او دے پا دیو مسجداں والے چ، او کوئی اج مل مل کے تے کوئی صلح صلاح تے کوئی سیٹلمنٹ ہو گئی ہے، سب حرام زادیاں دی مل کے کی اتھے بندہ کرے ہے جی، گند ہے۔
ਫਿਰ ਇੱਕ ਜੀ ਮੈਂ ਰੂਮੀ ਸਾਹਿਬ ਦੇ ਡਾਕਟਰ ਸਾਹਿਬ ਦੀ ਉਹਦੇ ਤੇ ਖਤਮ ਕਰਾਂਗਾ। ਮੌਲਾਨਾ ਰੂਮੀ ਸਾਹਿਬ ਦਾ ਕੋਟ ਹੈ, ਦ ਡਿਜ਼ਾਇਰ ਟੂ ਨੋ ਯੋਰ ਸੋਲ, ਖਾਹਿਸ਼ ਆਪਣੀ ਰੂਹ ਦੀ ਰੋਸ਼ਨੀ ਨੂੰ ਜਾਣਨ, ਰੂਹ ਨੂੰ ਜਾਣਨ ਦੀ, ਵਿਲ ਐਂਡ ਆਲ ਅਦਰ ਡਿਜ਼ਾਇਰਸ। ਨਜ਼ਰ ਸਾਹਿਬ ਨਾਲ ਇਹੀ ਹੋਇਆ ਸੀ 2000 'ਚ। ਮੈਨੂੰ ਖਾਹਿਸ਼ ਸ਼ਦੀਦ ਹੋਈ ਸੀ ਤੇ ਬਚਪਨ ਤੋਂ ਸ਼ਦੀਦ ਜਦੋਂ ਹੋਈ ਨਾ, ਮੈਨੂੰ ਡਿਪਰੈਸ਼ਨ ਵਗੈਰਾ ਜਦੋਂ ਸੀ, ਉਹ ਡਿਪਰੈਸ਼ਨ ਵਾਲਾ ਜਿਹੜਾ ਕਹਿ ਰਿਹਾ, find spiritual relief, healing, spiritual healing will is far better than any antidepressant or ONLC, the pata nahi NPL pe. I know my soul. At the same time, my soul knows me very well. My soul is my guide. I am the soul. I am the sole custodian of my soul. As much as I take well care of my body and mind, I'll be more enlightened through its intrapersonal, interpersonal, and extra-personal wisdom together. ਇਹ ਬਹੁਤ ਅੱਛਾ ਡਾਕਟਰ ਸਾਹਿਬ ਕਹਿੰਦੇ ਹੁੰਦੇ ਆ। ਡਾਕਟਰ ਸਾਹਿਬ ਦੇ ਅਲਫਾਜ਼ ਬਹੁਤ ਹੀ ਜ਼ਬਰਦਸਤ ਹੈ। I love him hugely. I pray he succeeds in setting up longevity center. Anybody want to have a project for public, for charity, please join hand with Doc Saab for longevity center, ਜਿੱਥੇ ਮੇਰੇ ਵਰਗੇ ਬੰਦੇ ਵੀ ਮੌਜੂਦ ਹੋਣਗੇ। ਫਾਸਟਿੰਗ ਦੇ ਥਰੂ, ਅਸੀਂ ਪ੍ਰੈਕਟਿਸ ਦੇ ਥਰੂ ਸਾਬਤ ਕਰਾਂਗੇ ਕਿ ਦਿਸ ਇਜ਼ ਹਾਊ ਅ ਗੁੱਡ ਹੈਲਥ, ਏਜਿੰਗ, ਅ ਗੁੱਡ ਲਾਈਫ ਇਜ਼ ਪੋਸੀਬਲ। ਠੀਕ ਹੈ, ਥਰੂ ਇਟਸ ਇੰਟਰਪਰਸਨਲ ਐਂਡ ਐਕਸਟਰਾ ਪਰਸਨਲ। ਠੀਕ ਹੈ ਜੀ, ਤੁਹਾਡਾ ਕਨੈਕਸ਼ਨ ਜਿਹੜਾ ਪਰਸਨ ਤੋਂ ਬਾਹਰ ਨਿਕਲ ਕੇ ਤੁਹਾਡੀ ਜਿਹੜੀ ਕਨੈਕਟੀਵਿਟੀ ਹੈ ਉਹਦੇ ਨਾਲ। ਕੱਲ ਤੱਕ ਲਈ ਇਜਾਜ਼ਤ, ਅੱਲਾ ਨੇ ਕਿਰਪਾ।